ਵਾਹਿਗੁਰੂ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਕੁੰਭੇ ਬਦਾ ਜਲ ਰਹਿ, ਜਲ ਬਿਨ ਕੁੰਭ ਨ ਹੋਏ। ਗਿਆਨ ਕਾ ਬਧਾ ਮਨ ਰਹਿ, ਗੁਰ ਬਿਨ ਗਿਆਨ ਨ ਹੋਏ। ਜਾਗਦੀ ਜੋਤ ਰੂਹਾਨੀਅਤ ਦੇ ਮੁਜੱਸਮੇ ਸ਼ਬਦ ਗੁਰੂ ਬਾਣੀ ਕੇ ਬੋਹਿਤ, ਪਰਥਕ ਹਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਪਾਕ ਹਜ਼ੂਰੀ ਦੇ ਵਿੱਚ ਜੁੜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ ਸਤਸੰਗੀ ਜਨੋ, ਅੱਜ ਧੰਨ ਧੰਨ ਗੁਰੂ ਹਰਿਰਾਏ ਸਾਹਿਬ ਜੀ ਸਤਵੇਂ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਪਰਵ ਹੈ। ਆਓ ਸਾਹਿਬਾਨ ਦੇ ਪਾਵਨ ਪ੍ਰਕਾਸ਼ ਪਰਵ ਤੇ ਉਹਨਾਂ ਦੇ ਜੀਵਨ ਇਤਿਹਾਸ ਦੀਆਂ ਕਥਾ ਵਿਚਾਰਾਂ ਆਪਾਂ ਰਲ ਮਿਲ ਕੇ ਵਿਚਾਰਨ ਦਾ ਯਤਨ ਕਰਦੇ ਹਾਂ। ਮਨੋਬਿਰਤੀਆਂ ਇਕਾਗਰ ਕਰੋ, ਸਾਹਿਬਾਨ ਨੂੰ ਝੁਕਾਓ ਸੀਸ, ਪ੍ਰੇਮ ਸਹਿਤ ਗੁਰਫਤਿਹ ਦੀ ਸਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਪਾਤਸ਼ਾਹ ਜੀ ਨੇ ਸੰਸਾਰ ਦੇ ਵਿੱਚ ਆ ਕੇ ਨਿਰਮਲ ਪੰਥ ਦੀ ਉਸਾਰੀ ਕੀਤੀ, ਸਿੱਖੀ ਦਾ ਸੁੰਦਰ ਬਗੀਚਾ ਲਾਇਆ। ਉਹਦੀ ਰਾਖੀ ਵਾਸਤੇ ਵੱਖ ਵੱਖ ਸਰੀਰਾਂ ਨੇ ਗੁਰੂ ਰੂਪ ਹੋ ਕੇ ਪਿਆਰ ਵਾਲੋ ਸੱਚ ਜਾਣਨਾ ਇਸ ਸਿੱਖੀ ਦੇ ਬਗੀਚੇ ਨੂੰ ਪ੍ਰਫੁੱਲਿਤ ਕੀਤਾ। ਗੁਰੂ ਹਰਿਰਾਏ ਸਾਹਿਬ ਜੀ ਦੀ ਡਿਊਟੀ ਲੱਗਦੀ ਹੈ ਸਤਵੇਂ ਪਾਤਸ਼ਾਹ ਦੇ ਰੂਪ ਦੇ ਵਿੱਚ, ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਸ ਬਗੀਚੇ ਨੂੰ ਸਵਾਰਿਆ, ਸ਼ਿੰਗਾਰਿਆ ਅਤੇ ਨਿਮਰਤਾ ਭਾਵ ਦੇ ਵਿੱਚ ਰਹਿ ਕੇ ਸਿੱਖੀ ਨੂੰ ਹੋਰ ਬੁਲੰਦੀਆਂ ਤੇ ਲੈ ਕੇ ਗਏ। ਜਿਨ੍ਹਾਂ ਦਾ ਜੀਵਨ ਗਰੀਬ ਪ੍ਰੇਮੀ ਹੈ, ਗਰੀਬਾਂ ਨੂੰ ਪ੍ਰੇਮ ਕਰਦੇ ਹੈ, ਜਿਨ੍ਹਾਂ ਦੇ ਜੀਵਨ ਵਿੱਚ ਸ਼ੀਤਲਤਾ ਹੈ, ਨਿਮਰਤਾ ਹੈ, ਜਿਹੜੇ ਕਿ ਕੁਦਰਤ ਦੇ ਸੱਚੇ ਪ੍ਰੇਮੀ ਨੇ। ਐਸੇ ਸਤਿਗੁਰੂ ਗੁਰੂ ਹਰਿਰਾਏ ਪਿਤਾ ਮਹਾਰਾਜ ਦਾ ਪ੍ਰਕਾਸ਼ 1630 ਈਸਵੀ ਦੇ ਵਿੱਚ ਕੀਰਤਪੁਰ ਸਾਹਿਬ ਜੀ ਦੀ ਪਾਵਨ ਧਰਤੀ ਗੁਰਦੁਆਰਾ ਸੀਸ ਮਹਿਲ ਸਾਹਿਬ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਵਿਖੇ ਮਾਤਾ ਨਿਹਾਲ ਕੌਰ ਦੀ ਕੁੱਖ ਤੋਂ ਆਪ ਜੀ ਨੇ ਪ੍ਰਕਾਸ਼ ਧਾਰਿਆ।
ਬਚਪਨ ਤੋਂ ਹੀ ਆਪ ਜੀ ਕੁਦਰਤ ਨੂੰ ਪ੍ਰੇਮ ਕਰਦੇ ਸਨ। ਬੜੇ ਸੀਤਲ ਸੁਭਾਅ ਅਤੇ ਮਿੱਠ ਬੋਲੜੇ ਸੁਭਾਅ ਦੇ ਸਨ। ਬਚਪਨ ਦੇ ਕੁਝ ਸਾਲਾਂ ਬਾਅਦ ਆਪ ਜੀ ਦੇ ਪਿਤਾ ਬਾਬਾ ਗੁਰਦਿੱਤਾ ਜੀ ਅਕਾਲਵਸ ਹੋ ਜਾਂਦੇ ਹਨ। ਉਸ ਤੋਂ ਬਾਅਦ ਪਿਆਰ ਵਾਲਿਓ ਆਪਣੇ ਦਾਦਾ ਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗੋਦ ਵਿੱਚ ਖੇਡਦੇ ਨੇ, ਉਹਨਾਂ ਦੇ ਨਾਲ ਵਿਚਰਦੇ ਨੇ ਤੇ ਉਹਨਾਂ ਕੋਲ ਹੀ ਜੀਵਨ ਦੀ ਸੁਚੱਜੀ ਜਾਚ ਸਿੱਖਦੇ ਨੇ। ਇਸ ਕਰਕੇ ਦਾਦੇ ਅਤੇ ਪੋਤੇ ਦਾ ਅਤਿ ਦਾ ਪਿਆਰ ਹੈ ਅਤੇ ਜੋ ਸਿੱਖਿਆ ਹੈ ਉਹ ਹਰਗੋਬਿੰਦ ਪਾਤਸ਼ਾਹ ਨੇ ਸ਼ਸਤਰ ਵਿਦਿਆ, ਅਧਿਆਤਮਿਕ ਵਿਦਿਆ, ਰੂਹਾਨੀ ਵਿਦਿਆ, ਗੁਰਬਾਣੀ ਦਾ ਪਾਠ, ਇਹ ਆਪ ਸਤਿਗੁਰੂ ਜੀ ਨੇ ਆਪਣੀ ਦੇਖ ਰੇਖ ਦੇ ਵਿੱਚ ਸਿਖਾਇਆ ਹੈ। ਔਰ ਜਦੋਂ ਅਸੀਂ ਹਰਿਰਾਏ ਪਿਤਾ ਮਹਾਰਾਜ ਦਾ ਜੀਵਨ ਪੜ੍ਹਦੇ ਹਾਂ, ਜਿਹੜੀਆਂ ਮਾਤਾਵਾਂ ਬੈਠੀਆਂ ਨੇ, ਸਾਡੇ ਵੱਡੇ ਬੈਠੇ ਨੇ, ਖਿਆਲ ਕਰਨਾ ਇਹ ਗੱਲ ਉਹਨਾਂ ਦੇ ਜੀਵਨ ਤੋਂ ਸਾਨੂੰ ਸਿੱਖਣ ਨੂੰ ਮਿਲਦੀ ਹੈ ਕਿ ਘਰ ਦੇ ਅੰਦਰ ਦਾਦੀ ਦਾਦੇ ਦੇ ਕੀ ਫਰਜ਼ ਨੇ। ਇਹ ਆਪਾਂ ਉੱਥੋਂ ਸਿੱਖ ਸਕਦੇ ਹਾਂ ਵੀ ਕਿਸ ਤਰੀਕੇ ਦੇ ਨਾਲ ਆਪਣੇ ਦਾਦਾ ਜੀ ਦੇ ਕੋਲ ਉੱਠਣਾ ਬੈਠਣਾ, ਨਾਲ ਜਿੱਥੇ ਵੀ ਜਾਣਾ ਆਪਣੇ ਦਾਦਾ ਜੀ ਦੇ ਨਾਲ ਜਾਣਾ, ਔਰ ਉਹਨਾਂ ਕੋਲ ਹੀ ਰੂਹਾਨੀ, ਅਧਿਆਤਮਿਕ ਤੇ ਸ਼ਸਤਰ ਵਿਦਿਆ ਆਪ ਜੀ ਸਿੱਖਦੇ ਨੇ। ਔਰ ਥੋੜੇ ਹੀ ਦਿਨਾਂ ਵਿੱਚ ਆਪ ਜੀ ਨਿਪੁੰਨ ਹੋ ਜਾਂਦੇ ਹਨ। ਤੇ ਉਹਨਾਂ ਦੇ ਇਤਿਹਾਸ ਨਾਲ ਜੁੜਿਆ ਹੈ ਕਿ ਇੱਕ ਦਿਨ ਮੇਰੇ ਸਤਿਗੁਰੂ ਹਰਿਰਾਏ ਪਿਤਾ ਮਹਾਰਾਜ ਆਪਣੇ ਦਾਦਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਪਿੱਛੇ ਪਿੱਛੇ ਜਾ ਰਹੇ ਸਨ। ਬੜਾ ਸੁੰਦਰ ਫੁੱਲਾਂ ਦਾ ਬਗੀਚਾ, ਫੁੱਲ ਖਿੜੇ ਹੋਏ ਸਨ ਤੇ ਸਤਿਗੁਰੂ ਜੀ ਧੰਨ ਗੁਰੂ ਹਰਿਰਾਏ ਮਹਾਰਾਜ ਕਦੀ ਦੌੜ ਕੇ, ਕਿਉਂਕਿ ਬਾਲਪਨ ਸੀ, ਅੱਗੇ ਚਲੇ ਜਾਂਦੇ ਨੇ, ਕਦੀ ਆਪਣੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਤੋਂ ਪਿੱਛੇ ਰੁਕ ਜਾਂਦੇ ਨੇ। ਇਸ ਤਰੀਕੇ ਦੇ ਨਾਲ ਕਦੀ ਦੌੜਦੇ ਨੇ, ਕਦੀ ਰੁਕਦੇ ਨੇ। ਸੁੰਦਰ ਕਹਿੰਦੇ ਫੁੱਲ ਖਿੜੇ ਹੋਏ ਨੇ ਬਗੀਚੇ ਦੇ ਅੰਦਰ। ਇੱਕ ਫੁੱਲ ਨੂੰ ਜਦੋਂ ਗੈਂਦੇ ਦਾ ਫੁੱਲ, ਕਮਲ ਦੇ ਫੁੱਲ, ਹੋਰ ਸਾਰੇ ਫੁੱਲ ਜਿਹੜੇ ਨੇ ਉਹ ਖਿੜੇ ਹੋਏ ਨੇ। ਗੁਲਾਬ ਦੇ ਫੁੱਲ ਕੋਲ ਕਹਿੰਦੇ ਜਾ ਕੇ ਬੈਠ ਗਏ, ਉਸ ਨੂੰ ਬੜਾ ਪਿਆਰ ਕੀਤਾ। ਜਦੋਂ ਉੱਠਣ ਲੱਗੇ ਨੇ ਤੇ ਗੁਲਾਬ ਦੇ ਵਿੱਚ ਕੰਡੇ ਹੁੰਦੇ ਨੇ, ਉਹ ਚੋਲਾ ਕੰਡਿਆਂ 'ਚ ਫਸ ਗਿਆ। ਜਦੋਂ ਆਪਣੇ ਚੋਲੇ ਨੂੰ ਖਿੱਚਿਓ ਨੇ ਤਾਂ ਉਸ ਵੇਲੇ ਸੱਚ ਜਾਣਨਾ ਉਹ ਫੁੱਲ ਜਿਹੜਾ ਬੜਾ ਸੁੰਦਰ ਲੱਗਿਆ ਹੋਇਆ ਸੀ ਉਹ ਖਿਣ ਜਾਂਦਾ ਹੈ। ਇਤਿਹਾਸਕਾਰ ਲਿਖਦੇ ਨੇ ਕਿ ਕੁਦਰਤ ਦੇ ਐਡੇ ਪ੍ਰੇਮੀ ਸਨ ਹਰਿਰਾਏ ਪਿਤਾ ਮਹਾਰਾਜ ਕਿ ਉਹਨਾਂ ਦੀ ਅੱਖਾਂ ਦੇ ਵਿੱਚੋਂ ਉਹ ਦ੍ਰਿਸ਼ ਆ ਜਾਂਦਾ ਕਿ ਇਹ ਫੁੱਲ ਦਾ ਜਨਮ ਹੋਇਆ, ਪਲਿਆ ਤੇ ਅੱਜ ਮਰ ਵੀ ਗਿਆ। ਪਿਆਰ ਵਾਲਿਓ, ਸੱਚ ਜਾਣਨਾ, ਅੱਖਾਂ ਦੇ ਵਿੱਚੋਂ ਨੀਰ ਵਗ ਰਿਹਾ ਕਿ ਮੇਰੇ ਕੋਲੋਂ ਇਹ ਗਲਤੀ ਕਿਉਂ ਹੋਈ। ਇੰਨਾ ਚਿਰ ਨੂੰ ਹਰਗੋਬਿੰਦ ਪਾਤਸ਼ਾਹ ਜੀ ਵਾਪਸ ਆਉਂਦੇ ਨੇ ਤੇ ਜਦੋਂ ਵੇਖਦੇ ਨੇ, ਪੁੱਛਦੇ ਨੇ, ਪੁੱਤਰ ਕੀ ਹੋਇਆ? ਮਾਲੀ ਨੇ ਗੱਲ ਦੱਸੀ ਕਿ ਤੁਹਾਡੇ ਪੋਤਰੇ ਕੋਲੋਂ ਫੁੱਲ ਟੁੱਟ ਗਿਆ। ਤੇ ਜਦੋਂ ਹਰਿਰਾਏ ਪਿਤਾ ਮਹਾਰਾਜ ਨੂੰ ਉਠਾ ਲਿਆ ਤੇ ਕੀ ਵੇਖਦੇ ਨੇ, ਅੱਖਾਂ ਵਿੱਚ ਨੀਰ ਵਗ ਰਿਹਾ। ਇੱਕ ਗਲਤੀ ਦਾ ਅਹਿਸਾਸ ਹੋਇਆ। ਉਸ ਵੇਲੇ ਕਹਿੰਦੇ ਹਰਗੋਬਿੰਦ ਪਾਤਸ਼ਾਹ ਨੇ ਬਚਨ ਆਖੇ ਨੇ ਕਿ ਪੁੱਤਰ, ਐਡਾ ਵੱਡਾ ਚੋਲਾ ਪਾਇਆ, ਇਹ ਚੋਲੇ ਨੂੰ ਸੰਭਾਲਣਾ ਵੀ ਸਿੱਖੋ। ਬਚਨ ਕਿਹਾ, ਦਾਵਨ ਸੰਕੋਚ ਚਲੋ। ਇੱਕ ਅੱਖਰ ਉਹਦੀ ਜ਼ਿੰਦਗੀ ਵਾਸਤੇ ਪੱਲੇ ਬਣ ਲਿਆ। ਇੱਕ ਹੁਕਮ ਹੋਇਆ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ। ਮੈਂ ਕਈ ਵਾਰੀ ਸੋਚਦਾ ਜਦੋਂ ਤੋਂ ਅਸੀਂ ਗੁਰੂ ਘਰ ਆ ਰਹੇ ਹਾਂ ਉਦੋਂ ਤੱਕ ਅਸੀਂ ਕਿਤਨੇ ਹੁਕਮ ਸੁਣੇ। ਹਰ ਰੋਜ਼ ਹੁਕਮ ਆਉਂਦਾ ਸਤਿਗੁਰ ਦਾ,
पर असी वो हुक्म सुनते हाँ, थोड़ी देर उसका रस माणते हाँ, घर चले जाते हाँ, पर उस हुक्म नूं कमाउंदे नहीं हाँ। भावें असी हज़ारों ही हुक्म सुन लैने, दरबार साहब तो भी सुनते हाँ, बंगला साहब तो भी सुनते हाँ, इत्थों भी सुनते हाँ, और सिख के अंदर बड़ी जिग्यासा होंदी है हुक्म सुनन दी। पर मैं कहना जे हुक्म सुनना है ना, तो हर राय पिता महाराज वांग सुनिए। एक ही हुक्म सतगुरु ने किया है, उस हुक्म नूं अपने जीवन का आधार बना लिया, पल्ले बन लिया। क्योंकि अज ये गलती का एहसास होया, एक गुलाब का फुल खिड़ना, उहदा जवानी ते जाना, सुअपन होना, और फिर जो वो टुट के डिग जाना। गुरबाणी दे विच ये मैं बेनती करा, उस कुदरत नूं सत्कार है। किते भी कुदरत नूं भन्नण दी गल, फुल तोड़न दी गल नहीं। गुरु घर दे विच तां मैं बेनती करा, सानू इतिहास नहीं पता, सानू गुरबाणी दी सोझी नहीं, इत्थे तुहाडे लाए फुल भी परवान नहीं। टुटिया होया फुल जिहड़ा मर चुकिया, वो इत्थे किवें परवान हो सकता है? इत्थे तां आरती कीती जाती है। सतगुर कहते गगन में थाल, रवचंद दीपक बने, तारका मंडल जनक मोती, धूप मल आल लो, पवन चवरो करे, सगल बन राय फुलंत ज्योति। इत्थे तां जे गल विचार करिए ना गुरमत दी, गुरु घर दे विच फुल कोई परवान नहीं। मैनू गुस्ताखी माफ कर देना, मैं एक सच कह रहा, क्योंकि कईयां नूं होएगा भी अज तां फुल लै हार लैके जाने। पर सच ये वे, जदों तुसीं गुरु नानक की फिलोसफी नूं समझोगे, गुरु नानक की व्याख्या नूं समझोगे, तो इत्थे तां कबीर साहब वर्गियां ने आख्या, कहंदे ने पाती तोरै मालनी, पाती पाती जियो, जिस पाहन को ये पाती तोरै सो पाहन निर्जियो। भोली मालनी है ये, सतगुर जागता है देव, ब्रह्म पाती विसन डारी, फूल शंकर देव, तीन देव परथक तोरें करे किसकी सेव। इत्थे तो भगवान कहा गया इन्हों फुलों। एक पासे भगवान नूं तोड़ के मार के और गुरु के दर ते आके अर्पण कर देना, ते दूजे पासे ये सरदा रखनी भी असी फुल अर्पण कर रहे हैं। गुरसिखो, एक हराए पिता महाराज तो फुल टुटिया सी, सतगुरु जी कोलों वो बर्दाश्त ना होया, ते वो फुल टुटिया प्यार वाले। उस दिनों तो अंदर बैराग का जन्म हो गया, मेरे को फुल क्यों टुटिया? क्यों? क्योंकि गुरु नानक दे घर विच बलिहारी कुदरत वसिया, तेरा अंत ना जाई लखिया। आपां कुदरत दे प्रेमी बणीए। क्योंकि भाई वीर सिंह ने बड़ी प्यारी विचार रखी, कहंदे ने जिहड़े फुल तोड़ के धार्मिक स्थानां ते अर्पण करदे ने, ते कहंदे पता फुल की कहंदा है? कहंदे डाली नालो तोड़ ना सानू, असा हट महक दी लाई। वो कहंदे असीं तां दुकान पाई हुई है। डाली नालो तोड़ ना सानू, असा हट महक दी लाई, लख गाग सुंगे जे आके, खाली एक ना जाई। जे इकल्ला तोड़ लै गयो, एक जोगा रह जासा, ये भी पलक झलकदा मेला, रूप महक खिण जाई। कहंदे कुछ मिनटां में तुसीं ते मेरी होंद खत्म कर देनी है। इत्थे तां नाम तेरो आरती मजन मुरारे, हर के नाम बिना झूठे सगल पसारे। किते बाणी दे सिद्धांतां नूं समझिए। इस करके हर राय पिता महाराज कोलों एक फुल टुटिया, और प्यार वालों सच जानना, अंदर बैराग का जन्म होया। एको हुक्म होया हरगोबिंद पातशाह का बेटा अज फुल तोड़िया। इस फुल का की कसूर सी? इसने तेरा की बिगाड़िया सी? तो फुल नूं खेरू खेरू कर दिता। बस उस दिन ही एक गल गुरु साहब जी की, ये हुक्म पल्ले बन लिया। क्योंकि फुल केवल ये गुलाब का ही नहीं, सतगुर ने फिर जिंदगी च प्रण किया, हरगोबिंद पातशाह मैं जिंदगी च एक भी फुल नहीं टुटन देंगा। मेरी सारी जिंदगी फुलों नूं संभालन ते लगी रहेगी। एक नहीं, दो नहीं, हर राय पिता महाराज ने कीरतपुर साहब की धरती ते 52 बाग लवाए। एक दो नहीं, 52 बाग। और फुलों का अदब किया, कुदरत का सत्कार किया। और केवल एक गुलाब दे या होर फुल नहीं, जे किते कोई फुल टुटन लगे, काल पै जाता है,
ਤੇ ਮੇਰੇ ਹਰ ਰਾਏ ਪਿਤਾ ਮਹਾਰਾਜ ਕਾਲ ਪੀੜਤਾਂ ਵਾਸਤੇ ਲੋਕਾਂ ਨੂੰ ਲੰਗਰ ਖੋਲ ਦਿੰਦੇ ਆ, ਕਿਉਂ ਉਹ ਵੀ ਤਾਂ ਮੇਰੇ ਮਾਲਕ ਦੇ ਫੁੱਲ ਨੇ ਨਾ। ਜਦੋਂ ਕਿ ओड़ लग गई, 4 साल तक बरसात ना हुई, लोग भुख तो आतुर हो गए, भुखे मरन लगे। मेरे सदगुरु कहते नहीं, ये भी मेरे मालिक दी इस बगीची का फुल है, मैं इसनों भी नहीं टुटन देंगा। मेरे सदगुरु ने नहीं टुटन दिता, लंगर खोल के लोगों को जिंदगी दी। जदों कोई दवाई तो बिना मरन लग गया तो मेरे सदगुरु ने कहा नहीं, मैं इत्थे दवाखाना खोलांगा। सतगुरु हर राय पिता महाराज ने कीरतपुर साहब दे विच सब तो वड्डा दवाखाना रिसर्च सेंटर बनाया सतगुरु जी ने, जिथे कि हर एक दवाई तो रिसर्च होंदी सी। क्योंकि मेरे सतगुरु जानते हैं कि मनुख के शरीर की की कीमत है, इस वाहिगुरु की कुदरत के इन्हां फुल्लां की की कीमत है। सतगुरु उसका सत्कार करते, उसनूं प्यार करते हैं। इस करके प्यार वालों सतगुरु जी ने 52 बाग लवाए। मेरे सतगुरु ने रहमत की कि जिंदगी दे विच उन्होंने दवाखाना खोलिया ते गरीबां दी बाह मेरे सतगुरु ने फड़ी। आप जी का आनंद कारज 1640 दे विच होया। आप 10 सालां दे सन। माता कृष्ण कौर जी तो आप जी का ब्याह अनूप सैर दे विच होया, जिन्हों अज असी बुलंद सैर कहते हैं। सतगुरु की बरात इत्थे आई, हरगोबिंद पातशाह बरात लैके आए। 1644 दे विच आप जी नूं गुरु नानक पातशाह की गद्दी ते बैठन का सुभाग प्राप्त होया, क्योंकि उन्होंने हुक्म की कमाई की, उन्होंने हुक्म नूं संभालिया। इस करके प्यार वालों सच जानना, उस हुक्म की संभाल करते हैं। सतगुरु जी ने गुरु नानक पातशाह के इस पद नूं हासिल किया। हर राय पिता महाराज गुरगद्दी ते बैठे। हरगोबिंद साहिब 6वें पातशाह ज्योति जोत समा गए। आप जी ने गुरगद्दी ते बैठ के जो गुरु नानक पातशाह के घर की विचारधारा सी, बड़े निमरता भाव दे विच रह के और प्रचार प्रसार किया। हरगोबिंद पातशाह ने कहा कि तुसी मीरी अते पीरी दोवां नूं बराबर प्यार करना है। 2200 घुड़सवार रखते हैं सतगुरु, ये मीरी का एक उदाहरण है। और जो सतगुरु कोल कोई निमाणा बन के आउंदा है तो सतगुरु पीरी भगती वाले मार्ग तो उसका उद्धार करते हैं। प्यार वालों सच जानना, कीरतपुर साहब एक दिन मेरे सतगुरु हर राय पिता महाराज बैठे सन। एक माता वो बड़ी गरीब सी ते ओ माई ना हरगोबिंद पातशाह वास्ते एक चादर अते गुरु साहब जी वास्ते रोटी बना के लैके आई। जदों वो बेचारी तुरदी हुई बड़ी गरीब सी ते जदों गुरु दरबार दे कोल पहुंची ते सहनसाई ठाट बाट वेख के, एडा उच्चा सिंघासन सतगुरु दा वेख के, तखत देख के उस माई दे मन विच आया, मैं गरीबनी दियां भेटां किवें सतगुरु प्रवान करनगे। इत्थे तो कितनी कीमतियां भेटां लोग लैके आ रहे हैं। वो माई दरबार दे विच नहीं जाती भी मैं गरीब नहीं हाँ, और घरों रोटी बना के लैके आई तो मन विच कीता इत्थे ते 36 प्रकार के भोजन चलते हैं, तो मैं गरीबनी का भोजन किवें प्रवान होएगा। अपनी गरीबी नूं देख के माई जिहड़ी है ना, वो गुरु घर तो बहुत दूर पिछे जाके एक थां ते बै जांदी है भी जे साहिब रहमत करनगे तो मेरी ये भेटावां प्रवान कर लैणगे। पर मन च आ रहा मेरी भेटा क्यों प्रवान करनगे भी इत्थे तक कितने लोग बड़ियां बड़ियां भेटावां लैके गुरु दरबार ते आ रहे हैं। 36 प्रकार के भोजन प्रसाद इत्थे चल रहे हैं। सतगुरु जी दोपहर का वक्त होया अपने तख्त ते उड़ते ने तो उस पासे तुर पैंदे जिथे वो माई बैठी हुई है। तो आप जाके हर राय पिता महाराज ने उस माता नूं कहा कि माई साड़ी जो भेटा लैके आई वो सानू अर्पण कर दे। बड़ी हैरान हुई भी मैं गरीबनी दी भेटा सतगुरु आप मंगण वास्ते लैण वास्ते आए ने, मैं तो जाके अर्पण करनी सी, पर मैं सोचा भी मेरी भेटा तो तुच्छ है,
मेरे इस प्रसादे ते गुरु ने की रीझना, मेरी एक खादी दी चादर तो की रीझना गुरु ने। इत्थे ते कीमती रेशमी वस्त्र किहड़ी भेटावां ने जिहड़ियां नहीं चढ़नियां, हर एक तरह की भेटा। पर सतगुरु जदों उसदे कोल गए, गरीब निवाज पातशाह ने मंग के कहंदे प्रसादा भी रुखा प्रसादा, क्योंकि गरीब सी, उत्थे ही हत्थ ते रख के मेरे सतगुरु ने छक लिया। ते उसदा वस्त्र जिहड़े सतगुरु वास्ते लैके आई सी ना, वो भी मेरे सतगुरु ने प्रवान कर लए। इस तरह हरगोबिंद पातशाह विचरे ने अपने जीवन काल दे विच। एक दिन किरतपुर साहब की धरती ते साहिब जी विचर रहे सन। हौली हौली बरसात हो रही सी ते सतगुरु जी आ रहे सन ਸਿੰਘਾਂ ਦੇ ਨਾਲ। ते एक ठीकरी भांडा जिन्हों आपां घड़ा कह सकते हैं, मटकी कह सकते हैं, वो टुटी हुई सी ते बरसात हो रही सी ते वो टुट के ना पुट्ठी पई सी और उहदे ते बरसात दीयां बूंदां डिग के थले आ रही सन। महाराज ने कहा, सिखो ये बूंदा इत्थे क्यों नहीं टिक रही? सिख कहंदे महाराज पता नहीं भी उपर बूंदा पै रही ने, पर इस भांडे दे उत्ते बूंद नहीं टिक रही। कहंदे सतगुर सानू ज्ञात नहीं। ते महाराज ने एक गल उत्थे कही, सिंघो ये जिहड़ा भांडा है कई साल इहदे विच देसी घिओ पिया रहा, उहदी थिंदाई लगी हुई है, इस करके इस दे उत्ते बूंद नहीं टिक रही। जिस तरह कई साल घिओ दी संगत नाल भावें ये भांडा टुट गया, टुटन तो बाद भी ये थिंदाई का असर है। कहंदे जिहड़ा बाणी की संगत विच रहेगा, जिहड़ा गुरु की संगत विच रहेगा, ते नाम दी जिहदे जीवन च थिंदाई होएगी ना, उहदे अंदर विकारां दीयां बूंदां पैणगियां पर अंदर टिक नहीं सकदियां। एक बार उच्चारण करो सतनाम। ये हर राय पिता महाराज का जीवन उपदेश थी कि बूंदां पैणगियां विकारां दीयां, उन्हां दे जीवन च विकार आणगे, पर जिन्हां दे संगत दे नाल जुड़ के जिन्हां नूं थिंदाई लगी हुई है, सच जानना कहते उन्होंने कभी विकार सताणगे नहीं। और उन्होंने हिरदा हमेशा ही नाम रस दे नाल भरिया रहेगा। इस करके संगत दे विच बैठिए, एक ना एक दिन थिंदाई जरूर लगेगी नाम की, और जो नाम की थिंदाई लग गई फिर सच जानना ये जीवन पवित्र हो जाएगा। इस तरह मेरे साहिब हर राय पिता महाराज ने कृपा की मनुखता के उत्ते कि आप जी ने किरतपुर साहब की धरती ते रह के लोगों को उपदेश दिता। 1654 का वक्त आया, गुरु साहब जी ने प्रचार का मन बनाया। 4 साल मेरे सतगुर प्रचारक दौरे ते रहे। सच जानना बड़े घट लोग ने जिन्होंने मेरे हर राय पिता महाराज का इतिहास पता है। सतगुर जी प्रचारक दौरे ते जाते ने, किरतपुर साहब तो करतारपुर साहब जो जलंधर लागे उत्थे सतगुर टिकते ने, इलाके च प्रचार करते हैं। प्रचार करते करते गुरु साहब जी वापस आ जाते हैं, फिर दोबारा फिर जाते हैं, फिर अमृतसर साहब चले जाते हैं। उत्थे 6 महीने टिके सिक्खी की उस परंपरा नूं रहत बैत नूं कायम करते हैं। उत्थों सतगुरु गोविंदवाल साहब आ जाते हैं, उत्थे गुरु अस्थान के दर्शन दीदार करते संगतां नूं उपदेश बख्शते हैं। जदों सतगुरु मालवे विच जाते हैं तो आप जी का सेवक सी चौधरी काला। जदों चौधरी काले कोल जाते हैं ना, तो वह बड़ी सतगुरां की सेवा करता है। सतगुर एक दिन अपने गद्दी ते विराजमान ते 2 बच्चे आए ने, उन्होंने बच्चों ने आके नंगे सन, शरीर ते वस्त्र नहीं सी, ते सतगुर के दरबार दे विच आके अपना ढिड वजाना शुरू कर दिता। सतगुर ने पूछा चौधरी काले नूं भी ये बच्चे की कहते ने, भी जेड़े बच्चे आए ने ये की कहते ने? ते ध्यान रखना, चौधरी काला कहता सतगुरु ये भुखे ने, ये रोटी की मंग कर रहे हैं, थोड़े चरणों में ना ये रोटी पे मंगते हैं। मेरे सतगुरु हर राय पिता मान ने वचन किया, चौधरी काले इन्हां दी कुल जमुना अते सतलुज के विचकार राज करेगी। 2 बच्चे सन, फूल ते संदली उन्हां दा नाम, चौधरी काले दे भतीजे सन। उसने गल दसी महाराज बचपन दे विच इन्हां दोवें बच्चों की माता पिता मर गए सन, ये अनाथ ने, इन्हां नूं रोटी टुक मैं ही दिंदा हाँ।
ਤੇ ਸਤਿਗੁਰ ਨੇ ਜਦੋਂ ਬਚਨ ਕੀਤਾ ਨਾ, ਇਹਨਾਂ ਦੀ ਸੰਤਾਨ ਰਾਜ ਕਰੇਗੀ। ਤੁਸੀਂ ਵੇਖੋ ਜਿਹੜਾ ਫੂਲ ਸੀ ਨਾ, ਪਟਿਆਲਾ ਰਿਆਸਤ, ਨਾਭਾ ਔਰ ਜੀਂਦ ਰਿਆਸਤ, ਇਹ ਉਹਨਾਂ ਦੇ ਕੋਲ ਰਹੀ ਹੈ। ਇਹ ਸਤਿਗੁਰ ਹਰਿਰਾਏ ਪਿਤਾ ਮਹਾਰਾਜ ਦੇ ਬਚਨ ਸਨ ਕਿ ਇਹਨਾਂ ਦੀ ਕੁਲਾਂ ਆਉਣ ਵਾਲੇ ਸਮੇਂ ਵਿੱਚ ਇੱਥੇ ਰਾਜ ਕਰਨਗੀਆਂ। ਅੱਜ ਤੁਸੀਂ ਕਹਿੰਦੇ ਭੁੱਖੇ ਨੇ, ਇਹ ਭੁੱਖੇ ਨਹੀਂ, ਗੁਰੂ ਨਾਨਕ ਦਾ ਘਰ ਇਹਨਾਂ ਨੂੰ ਰਜਾ ਦੇਗਾ। ਇਹਨਾਂ ਦਾ ਹੀ ਫੂਲ ਦਾ ਪਰਿਵਾਰ ਵਿੱਚੋਂ ਹੀ ਜੀਂਦ ਰਿਆਸਤ ਜਿਹੜੀ ਸੀ, ਪਟਿਆਲਾ ਰਿਆਸਤ, ਇਹ ਸਾਰੇ ਉਹਨਾਂ ਵਿੱਚੋਂ ਹੀ ਨੇ ਅੱਗੇ ਜਿਨ੍ਹਾਂ ਨੇ ਰਾਜ ਕੀਤਾ ਬਾਅਦ ਦੇ ਅੰਦਰ। ਹੁਣ ਚੌਧਰੀ ਕਾਲੇ ਨੇ ਜਦੋਂ ਇਹ ਬਚਨ ਸੁਣਿਆ ਨਾ, ਤੇ ਮਨ ਦੇ ਵਿੱਚ ਇੱਕ ਗੱਲ ਆ ਗਈ। ਮੈਂ ਇੱਕ ਬੇਨਤੀ ਕਰਾਂ, ਜੇ ਭੁੱਖ ਲੱਗੀ ਹੋਵੇ, ਜੇ ਦੁੱਖ ਹੋਵੇ, ਤਾਂ ਗੁਰੂ ਨੂੰ ਆ ਕੇ ਦੱਸੋ, ਗੁਰੂ ਕਿਰਪਾ ਕਰਦਾ ਹੈ। ਪਰ ਜੇ ਅੰਦਰ ਕੁਝ ਹੋਰ ਤੇ ਬਾਹਰ ਕੁਝ ਹੋਰ ਕਪਟ ਹੋਵੇ ਤਾਂ ਗੁਰੂ ਦੀ ਕਿਰਪਾ ਨਹੀਂ ਮਿਲਦੀ। ਜੇ ਅਗਲੇ ਦਿਨ ਜਦੋਂ ਗਿਆ ਚੌਧਰੀ ਕਾਲੇ ਘਰ ਦੇ ਵਿੱਚ, ਰਾਤ ਨੂੰ ਆਪਣੀ ਪਤਨੀ ਨੂੰ ਕਹਿੰਦਾ, ਕਹਿੰਦੇ ਭਗਵਾਨੇ ਇੱਕ ਕੰਮ ਕਰ, ਸਵੇਰੇ ਨਾ ਆਪਣੇ ਬੱਚਿਆਂ ਨੂੰ ਵੀ ਇਸ ਤਰ੍ਹਾਂ ਹੀ ਭੇਜੀ ਜਿਵੇਂ ਕੱਲ ਮੇਰੇ ਭਤੀਜੇ ਗਏ ਸਨ। ਅਗਲੇ ਦਿਨ ਉਹ ਵੀ ਬੱਚੇ ਉਸ ਤਰ੍ਹਾਂ ਹੀ ਜਾਂਦੇ ਨੇ, ਚੌਧਰੀ ਕਾਲੇ ਦੇ 2 ਬੱਚੇ, ਔਰ ਹਰਿਰਾਏ ਪਿਤਾ ਮਹਾਰਾਜ ਦੇ ਸਾਹਮਣੇ ਉਹ ਵੀ ਢਿੱਡ ਪਟਕਾਣਾ ਸ਼ੁਰੂ ਕਰ ਦਿੰਦੇ ਨੇ, ਢਿੱਡ ਪਟਕਦੇ ਨੇ। ਸੋ ਕਹਿੰਦੇ ਇਹ ਕੌਣ ਨੇ, ਇਹ ਕੀ ਕਹਿੰਦੇ ਨੇ? ਮਹਾਰਾਜ ਕਹਿੰਦੇ ਇਹ ਵੀ ਭੁੱਖੇ ਨੇ। ਕਹਿੰਦੇ ਨਾ, ਤੂੰ ਢੋਂਗ ਕਰਦਾ ਹੈ, ਇਹ ਭੁੱਖੇ ਨਹੀਂ, ਇਹ ਭੁੱਖੇ ਨਹੀਂ। ਫਿਰ ਸਤਿਗੁਰੂ ਜੀ ਨੇ ਪੁੱਛਿਆ ਵੀ ਇਹ ਇਦਾਂ ਕਿਉਂ ਕਰਦੇ ਜਿਵੇਂ ਕੱਲ ਬੱਚੇ ਕਰਦੇ ਸਨ? ਤੇ ਬਾਅਦ ਦੇ ਵਿੱਚ ਚੌਧਰੀ ਕਾਲੇ ਨੇ ਸਮਝਾਇਆ ਕਿ ਮੈਂ ਆਪਣੀ ਪਤਨੀ ਨੂੰ ਸਮਝਾਇਆ ਸੀ, ਇਹ ਮੇਰੇ ਬੱਚੇ ਨੇ ਦੋਵੇਂ। ਫਿਰ ਵੀ ਸਤਿਗੁਰੂ ਨੇ ਕਿਹਾ ਚਲ ਕੋਈ ਨਹੀਂ, ਮਾਫੀਦਾਰ ਹੋਣਗੇ ਇਹ ਵੀ ਇਲਾਕੇ ਵਿੱਚ ਇਹਨਾਂ ਦੀ ਇੱਜ਼ਤ ਹੋਏਗੀ। ਪਰ ਧਿਆਨ ਕਰਨਾ ਕਿ ਸਤਿਗੁਰੂ ਜੀ ਨੇ ਪਹਿਲੇ ਦਿਨ ਟੁੱਟ ਕੇ ਰਾਜ ਪਾਠ ਬਖਸ਼ਿਸ਼ ਕਰ ਦਿੱਤੇ, ਪਰ ਇੱਕ ਨੇ ਨਕਲ ਕਰਕੇ, ਇੱਕ ਸਾੜੇ ਕਰਕੇ ਵੀ ਉਸ ਨੂੰ ਗੁਰੂ ਨੇ ਇਤਨਾ ਕੁਝ ਦੇ ਦਿੱਤਾ, ਮੈਨੂੰ ਵੀ ਤੇ ਕੁਝ ਮਿਲਣਾ ਚਾਹੀਦਾ ਹੈ। ਤੁਸੀਂ ਦਿਲੋਂ ਮੰਗ ਕਰੋਗੇ, ਗੁਰੂ ਦੇ ਦਰ ਤੇ ਤੁਹਾਡੀਆਂ ਝੋਲੀਆਂ ਭਰ ਦੇਣਗੇ, ਪਰ ਕਿਸੇ ਦੇ ਸਾੜੇ ਵਿੱਚ ਆ ਕੇ ਕੁਝ ਮੰਗੋਗੇ ਤਾਂ ਝੋਲੀਆਂ ਖਾਲੀ ਰਹਿ ਸਕਦੀਆਂ। ਇੱਥੇ ਯਾਦ ਰੱਖਣਾ ਜੀਵਨ ਦੇ ਅੰਦਰ। ਹਰਿਰਾਏ ਪਿਤਾ ਮਹਾਰਾਜ 4 ਸਾਲ ਸਾਰੇ ਪਾਸੇ ਵਿਚਰਦੇ ਨੇ। ਸਿੱਖੀ ਦੇ ਪ੍ਰਚਾਰ ਵਾਸਤੇ ਸਤਿਗੁਰੂ ਜੀ 4 ਧੂਨੇ ਹਰਿਰਾਏ ਪਿਤਾ ਮਹਾਰਾਜ, ਜਿਵੇਂ ਗੁਰੂ ਸਾਹਿਬ ਜੀ ਨੇ, ਗੁਰੂ ਅਮਰਦਾਸ ਮਹਾਰਾਜ ਜੀ ਨੇ ਪੀੜੇ ਥਾਪੇ, ਮੰਜੀਆਂ ਥਾਪੀਆਂ, ਰਾਮਦਾਸ ਪਿਤਾ ਮਹਾਰਾਜ ਨੇ ਮਸੰਦ ਥਾਪੇ, ਗੁਰੂ ਹਰਿਰਾਏ ਪਿਤਾ ਮਹਾਰਾਜ ਨੇ ਸਿੱਖੀ ਦੇ ਪ੍ਰਚਾਰ ਵਾਸਤੇ 4 ਧੂਣੀਆਂ ਥਾਪੀਆਂ, 4 ਧੂਣੀਆਂ, ਜਿਨ੍ਹਾਂ ਨੇ ਜਾ ਕੇ ਭਗਵਾਨ ਗਿਰ ਵਰਗੇ, ਭਾਈ ਜੀਵਨ ਵਰਗੇ, ਭਾਈ ਗੋਰਾ ਵਰਗੇ ਗੁਰੂ ਸਾਹਿਬ ਜੀ ਦੇ ਇਹ ਪ੍ਰਚਾਰਕ ਸਨ। ਔਰ ਭਗਵਾਨ ਗਿਰ ਤਾਂ ਐਡਾ ਮਸ਼ਹੂਰ ਸੀ, 360 ਡੇਰੇ ਪਟਨਾ ਸਾਹਿਬ ਦੇ ਇਲਾਕੇ ਵਿੱਚ ਸਨ ਭਗਵਾਨ ਗਿਰ ਦੇ। ਇਹ ਬੌਧ ਧਰਮ ਦਾ ਪ੍ਰਚਾਰਕ ਸੀ। ਹਰਿਰਾਏ ਪਿਤਾ ਮਹਾਰਾਜ ਦੀ ਸੰਗਤ 'ਚ ਆਇਆ, ਗੁਰੂ ਸਾਹਿਬ ਜੀ ਨੇ ਇੱਕ ਧੂਨਾ ਇਸ ਨੂੰ ਦਿੱਤਾ ਸੀ ਵੀ ਜਾ ਉਸ ਇਲਾਕੇ ਵਿੱਚ ਜਾ ਕੇ ਪ੍ਰਚਾਰ ਕਰ। ਔਰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਹੋਇਆ, ਉਹ ਜਦੋਂ ਵਾਪਸ ਆ ਰਹੇ ਸਨ, ਉਸ ਵੇਲੇ ਭਗਵਾਨ ਗਿਰ ਉਹਨਾਂ ਨੂੰ ਮਿਲਣ ਵਾਸਤੇ ਆਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿਹੜਾ ਅਸਥਾਨ ਹੈ ਨਾ, ਜੋ ਸਾਧ ਸੰਗਤ ਹੈ ਪਟਨਾ ਦੇ ਲਾਗੇ, ਜਿੱਥੇ ਕਿ ਮਾਈ ਨੇ ਗੁਰੂ ਸਾਹਿਬ ਜੀ ਨੂੰ ਹਾਂਡੀ ਗੁਰਦੁਆਰਾ ਸਾਹਿਬ ਹੈ, ਖਿਚੜੀ ਬਣਾ ਕੇ ਛਕਾਈ ਸੀ, ਉੱਥੇ ਭਗਵਾਨ ਗਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬਚਪਨ ਦੇ ਵਿੱਚ ਮਿਲਣ ਵਾਸਤੇ ਆਇਆ ਸੀ। ਇਸ ਤਰ੍ਹਾਂ ਗੁਰੂ ਸਾਹਿਬ ਨੇ ਸਿੱਖੀ ਦੇ ਪ੍ਰਚਾਰ ਦੇ ਵਿੱਚ ਵਾਧਾ ਕੀਤਾ। ਆਪਣੇ ਜੀਵਨ ਕਾਲ ਦੇ ਵਿੱਚ ਦਾਰਾ ਸਿੰਘੋ ਵਰਗੇ ਨੂੰ ਦਵਾਈ ਭੇਜ ਕੇ ਅਰੋਗ ਕੀਤਾ। ਔਰ ਗੁਰੂ ਸਾਹਿਬ ਜੀ ਨੇ ਸਿੱਖੀ ਦੀ ਆਨ ਬਾਣ ਸਾਣ ਵਾਸਤੇ ਜਦੋਂ ਔਰੰਗਜ਼ੇਬ ਦਿੱਲੀ ਸੱਦਦਾ ਹੈ ਤੇ ਸਤਿਗੁਰ ਦਿੱਲੀ ਨਹੀਂ ਜਾਂਦੇ, ਸਗੋਂ ਉਸ ਵੇਲੇ ਪਿਆਰ ਵਾਲੇ ਸੱਚ ਜਾਣਨਾ ਮੇਰੇ ਸਾਹਿਬ ਜੀ ਬਿਲਕੁਲ ਸਾਫ਼ ਇਨਕਾਰ ਕਰ ਦਿੰਦੇ ਨੇ। ਤੇ ਜਦੋਂ ਗੱਲ ਆਉਂਦੀ ਹੈ ਤਾਂ ਆਪਣੇ ਪੁੱਤਰ ਬਾਬਾ ਰਾਮ ਰਾਏ ਜੀ ਨੂੰ ਭੇਜਦੇ ਨੇ। ਬਾਬਾ ਰਾਮ ਰਾਏ ਜੀ ਦਿੱਲੀ ਆਉਂਦੇ ਨੇ। ਪਿਤਾ ਨੇ ਥਾਪੜਾ ਦੇ ਕੇ ਭੇਜਿਆ ਸੀ ਵੀ ਗੁਰੂ ਨਾਨਕ ਪਾਤਸ਼ਾਹ ਤੇਰੇ ਉੱਤੇ ਨਜ਼ਰ ਕਰਨਗੇ, ਪਰ ਗੁਰੂ ਨਾਨਕ ਦੀ ਭੈ ਭਾਵਨੀ ਵਿੱਚ ਨਹੀਂ, ਪਿਆਰ ਵਾਲੋ ਸੱਚ ਜਾਣਨਾ। ਉਸ ਵੇਲੇ ਬਾਬਾ ਰਾਮ ਰਾਏ ਜੀ ਨੇ ਹਰ ਇੱਕ ਸਵਾਲ ਦਾ ਜਵਾਬ ਔਰੰਗਜ਼ੇਬ ਨੂੰ ਦਿੱਤਾ। ਔਰੰਗਜ਼ੇਬ ਐਡਾ ਪ੍ਰਭਾਵਿਤ ਹੋਇਆ ਗੁਰੂ ਘਰ ਤੋਂ, ਗੁਰੂ ਕੀ ਵਿਚਾਰਧਾਰਾ ਤੋਂ। ਪਰ ਜਿਹੜੇ ਉੱਥੇ ਕਾਜੀ ਬੈਠੇ ਹੋਏ ਸਨ, ਉਹਨਾਂ ਨੇ ਕਿਹਾ ਵੀ ਇਹਨਾਂ ਦੇ ਗ੍ਰੰਥ ਦੇ ਵਿੱਚ ਲਿਖਿਆ ਮਿੱਟੀ ਮੁਸਲਮਾਨ ਕੀ, ਸਾਡੇ ਧਰਮ ਬਾਰੇ ਤਾਂ ਇਸ ਤਰ੍ਹਾਂ ਲਿਖਿਆ ਇਹਨਾਂ ਨੇ।
ਤੇ ਉਸ ਵੇਲੇ ਬਾਬਾ ਰਾਮ ਰਾਏ ਜੀ ਦੇ ਮਨ ਵਿੱਚ ਇੱਕ ਗੱਲ ਆਈ, ਮੇਰੀ ਜਿਹੜੀ ਗੱਲ ਬਣੀ ਹੈ ਤੇ ਕਿਤੇ ਇਹ ਗੱਲ ਖਰਾਬ ਨਾ ਹੋ ਜਾਏ। ਤਾਂ ਉਸ ਵੇਲੇ ਇਹ ਗੱਲ ਕਹਿੰਦੇ ਨੇ, ਨਹੀਂ, ਕਹਿੰਦੇ ਇਹ ਰਾਈਟਰ ਦੀ ਗਲਤੀ ਨਾਲ, ਲਿਖਾਰੀ ਦੀ ਗਲਤੀ ਨਾਲ ਹੋਇਆ। ਜਿਸ ਲਿਖਾਰੀ ਨੇ ਲਿਖਿਆ ਉਸਦੇ ਕੋਲੋਂ ਗਲਤ ਲਿਖਿਆ ਗਿਆ, ਇਹ ਬੇਈਮਾਨ ਲਿਖਿਆ। ਉੱਥੇ ਗੁਰੂ ਕੀ ਸੰਗਤ ਸੀ ਦਿੱਲੀ ਵਿੱਚ, ਕੁਝ ਮਸੰਦ ਸਤਿਗੁਰੂ ਨੇ ਭੇਜੇ ਸਨ। ਸਤਿਗੁਰੂ ਜੀ ਕੋਲ ਖਬਰਾਂ ਪਹੁੰਚ ਗਈਆਂ ਵੀ ਤੁਹਾਡੇ ਪੁੱਤਰ ਨੇ ਗੁਰੂ ਨਾਨਕ ਪਾਤਸ਼ਾਹ ਦੀ ਇਸ ਬਾਣੀ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ। ਉਸ ਵੇਲੇ ਸਤਿਗੁਰੂ ਜੀ ਕੋਲੋਂ ਰਿਹਾ ਨਾ ਗਿਆ, ਕਹਿ ਦਿੱਤਾ, ਕਹਿੰਦੇ ਨੇ ਮੈਂ ਤੇਰੇ ਦਰਸ਼ਨ ਨਹੀਂ ਕਰਨੇ, ਹੁਣ ਮੇਰੇ ਆ ਕੇ ਇੱਥੇ ਦਰਸ਼ਨ ਨਾ ਕਰੀ, ਜਿਸ ਪਾਸੇ ਮੁਖ ਹੈ ਉਸ ਪਾਸੇ ਚਲਾ ਜਾ। ਐਡਾ ਕਰੜਾ ਫੈਸਲਾ ਗੁਰੂ ਹਰਿਰਾਏ ਪਿਤਾ ਮਹਾਰਾਜ ਨੇ ਲਿਆ ਵੀ ਕੱਲ ਨੂੰ ਕੋਈ ਬਾਣੀ ਦੀ ਬੇਅਦਬੀ ਨਾ ਕਰ ਸਕੇ, ਬਾਣੀ ਵਿੱਚ ਕੋਈ ਰਲਾ ਨਾ ਕਰ ਸਕੇ। ਹੋਰ ਇੱਥੇ ਹੀ ਬਸ ਨਹੀਂ, ਉਹਨਾਂ ਦੇ ਇਤਿਹਾਸ ਦਾ ਇਹ ਵੀ ਪੱਖ ਵੇਖੋ ਵੀ ਜੇ ਸੰਗਤਾਂ ਕੀਰਤਨ ਕਰਦੀਆਂ ਆਈਆਂ ਨੇ, ਸਤਿਗੁਰ ਪਲੰਗ ਤੇ ਵਿਰਾਜਮਾਨ ਹੋ ਕੇ ਔਰ ਆਰਾਮ ਵਿਸ਼ਰਾਮ ਕਰ ਰਹੇ ਨੇ, ਉਸ ਵੇਲੇ ਜਦੋਂ ਕੰਨਾਂ ਵਿੱਚ ਬਾਣੀ ਪੈਂਦੀ ਹੈ ਨਾ ਤੇ ਛੇਤੀ ਨਾਲ ਉੱਠਦੇ ਨੇ। ਜਦੋਂ ਉੱਠਦੇ ਨੇ ਤਾਂ ਕੁਦਰਤੀ ਹੈ ਕਿ ਪਲੰਗ ਦਾ ਜਿਹੜਾ ਪਾਵਾ ਸੀ ਉਹ ਵੱਜਦਾ ਹੈ ਔਰ ਲਹੂ ਵਗਣਾ ਸ਼ੁਰੂ ਹੋ ਜਾਂਦਾ ਹੈ, ਖੂਨ ਵਗਦਾ ਹੈ। ਸਤਿਗੁਰ ਪਰ ਉਸ ਖੂਨ ਦੀ ਕੋਈ ਪਰਵਾਹ ਨਹੀਂ, ਹੱਥ ਜੋੜ ਕੇ ਖਲੋਤੇ ਹੋਏ ਨੇ, ਸੰਗਤਾਂ ਕੀਰਤਨ ਕਰ ਰਹੀਆਂ ਨੇ, ਆਪ ਸੁਣੀ ਜਾਂਦੇ ਨੇ। ਜਦੋਂ ਸ਼ਬਦ ਦੀ ਸਮਾਪਤੀ ਹੋਈ, ਸੰਗਤਾਂ ਨੇ ਸਤਿਗੁਰੂ ਜੀ ਨੂੰ ਮੱਥਾ ਟੇਕਣ ਲੱਗੀਆਂ ਤੇ ਕੀ ਵੇਖਦੀਆਂ ਨੇ ਕਿ ਸਤਿਗੁਰ ਦੇ ਲਹੂ ਵਗ ਰਿਹਾ। ਪੁੱਛਿਆ, ਸਤਿਗੁਰ ਇਹ ਕੀ ਹੋਇਆ? ਹਰਿਰਾਏ ਪਿਤਾ ਮਹਾਰਾਜ ਜੀ ਨੂੰ। ਉਸ ਵੇਲੇ ਮਹਾਰਾਜ ਨੇ ਕਿਹਾ ਕਿ ਮੈਂ ਵਿਸ਼ਰਾਮ ਕਰ ਰਿਹਾ ਸੀ, ਗੁਰੂ ਸਾਹਿਬ ਜੀ ਦੀ ਬਾਣੀ ਮੇਰੇ ਕੰਨਾਂ 'ਚ ਪਈ ਤੇ ਉਸ ਵੇਲੇ ਮੈਂ ਉਸ ਦਾ ਅਦਬ ਕਰਨ ਵਾਸਤੇ ਉੱਠਿਆ ਤੇ ਇਹ ਸੱਟ ਵੱਜ ਗਈ ਹੈ। ਤੇ ਸਿੱਖ ਕਹਿੰਦੇ, ਮਹਾਰਾਜ ਤੁਸੀਂ ਤਾਂ ਆਪ ਗੁਰੂ ਹੋ, ਤੁਹਾਡੇ ਕੋਲ ਗੁਰਗੱਦੀ ਹੈ, ਗੁਰੂ ਪਦ ਦੇ ਮਾਲਕ ਹੋ, ਤੁਹਾਨੂੰ ਕੀ ਕਾਹਲੀ ਸੀ? ਆਖਣ ਲੱਗੇ, ਨਹੀਂ ਸਿੱਖੋ, ਜਿਨ ਬਹਿ ਅਦਬ ਨਾ ਬਾਣੀ ਤਾਰਾ, ਜਾਣੋ ਨਹੀਂ ਸੋ ਸਿੱਖ ਹਮਾਰਾ। ਜਿਨ੍ਹਾਂ ਸਿੱਖਾਂ ਨੂੰ ਬਾਣੀ ਦਾ ਅਦਬ ਨਹੀਂ ਨਾ, ਉਹ ਸਾਡੇ ਸਿੱਖ ਹੀ ਨਹੀਂ ਹੋ ਸਕਦੇ। ਇੱਕ ਵਾਰੀ ਉਚਾਰਨ ਕਰੋ, ਸਤਨਾਮ। ਸਤਿਗੁਰੂ ਜੀ ਬਾਣੀ ਦਾ ਅਦਬ ਕਰਨਾ ਸਿਖਾਉਂਦੇ ਨੇ। ਸੋ ਗੁਰੂ ਪਿਆਰ ਵਾਲਿਓ, ਉਹਨਾਂ ਦੇ ਜੀਵਨ ਇਤਿਹਾਸ ਵਿੱਚੋਂ ਇਹ ਸਾਰੀਆਂ ਮਿਸਾਲਾਂ ਸਾਨੂੰ ਮਿਲਦੀਆਂ ਨੇ ਕਿ ਸਤਿਗੁਰ ਨੇ ਕਿਵੇਂ ਬਾਣੀ ਦਾ ਅਦਬ, ਕਿਵੇਂ ਬਾਣੀ ਦਾ ਸਤਿਕਾਰ, ਕਿਵੇਂ ਸਮਾਜ 'ਚ ਵਿਚਰਨਾ, ਇਹ ਗੱਲਾਂ ਸਾਨੂੰ ਸਿਖਾਈਆਂ। ਅੱਜ ਦੇ ਦੀਵਾਨ 'ਚ ਇਸ ਵੇਲੇ ਇਤਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ। ਰਹਿੰਦੀ ਵਿਚਾਰ ਉਹਨਾਂ ਦੇ ਜੀਵਨ ਦੀ ਯਤਨ ਕਰਾਂਗੇ। ਸ਼ਾਮ ਦੇ ਦੀਵਾਨ ਦੇ ਵਿੱਚ ਆਪ ਸੰਗਤਾਂ ਦੇ ਨਾਲ ਵਿਚਾਰਾਂ ਸਾਂਝੀਆਂ ਕਰਾਂਗੇ। ਸ਼ਾਮ ਦੇ ਵੀ ਵਿਸ਼ੇਸ਼ ਗੁਰਮਤਿ ਸਮਾਗਮ 6 ਵਜੇ ਤੋਂ ਲੈ ਕੇ 8:30 ਵਜੇ ਤੱਕ ਸਮਾਗਮ ਹੋਣਗੇ। ਸੋ ਆਪ ਸੰਗਤਾਂ ਨੂੰ ਬੇਨਤੀ ਹੈ, 6 ਤੋਂ 6:30 ਰਹਿਰਾਸ ਸਾਹਿਬ ਦਾ ਪਾਠ, 6:30 ਤੋਂ 7:30 ਆਰਤੀ ਸ਼ਬਦ ਕੀਰਤਨ, 7:30 ਤੋਂ 8:15 ਇਹ ਰਹਿੰਦੀ ਵਿਚਾਰਾਂ ਜਿਹੜੀਆਂ ਨੇ ਅਗਲੇ ਦੀਵਾਨ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਅਤੇ ਗੁਰੂ ਸਾਹਿਬ ਜੀ ਦੇ ਜੀਵਨ ਵਿੱਚ ਜੋ ਸਾਨੂੰ ਪ੍ਰੇਰਨਾ ਮਿਲਦੀ ਹੈ, ਉਹ ਪ੍ਰੇਰਨਾ ਆਪਾਂ ਯਤਨ ਕਰਾਂਗੇ ਕਿ ਉਹ ਪ੍ਰੇਰਨਾ ਲੈ ਕੇ ਜੀਵਨ ਸਫਲਾ ਕਰਾਂਗੇ। ਸੋ ਆਓ ਹੁਣ ਰਲ ਮਿਲ ਕੇ ਆਨੰਦ ਸਾਹਿਬ ਦਾ ਪਾਠ ਉਪਰੰਤ ਸਮਾਪਤੀ। ਇਤਨੀਆਂ ਬੇਨਤੀਆਂ ਕਥਾ ਰੂਪ ਵਿੱਚ ਪ੍ਰਵਾਨ ਕਰਨੀਆਂ। ਫਤਿਹ ਦੀ ਸਾਂਝ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ,